ਧੰਨ ਧੰਨ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੂੰ ਕਿ ਜਿੰਦਾ ਸ਼ਹੀਦ ਦੀ ਉਪਾਧੀ ਵੀ ਮਿਲੀ ਹੈ। ਬਾਬਾ ਜੀ ਦਾ ਜਨਮ ਜਨਵਰੀ 1682 ਵਿੱਚ ਪੋਵਿੰਡ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਮਾਤਾ ਜਿਉਣੀ ਜੀ ਤੇ ਪਿਤਾ ਭਗਤੂ ਜੀ ਦੇ ਘਰ ਹੋਇਆ। ਹੁਣ ਸਾਰਾ ਹੀ ਪਰਿਵਾਰ ਗੁਰੂ ਨਾਲ ਜੁੜਿਆ ਹੈ, ਗੁਰਸਿੱਖ ਪਰਿਵਾਰ ਹੈ। ਹੁਣ ਪਰਿਵਾਰ ਮਨ ਬਣਾਉਂਦਾ ਹੈ ਵੀ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਹਨ, ਤੇ ਦਰਸ਼ਨ ਕਰਨ ਵਾਸਤੇ ਸਮੁੱਚਾ ਪਰਿਵਾਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦਾ ਹੈ। ਤੇ ਬਾਬਾ ਦੀਪ ਸਿੰਘ ਜੀ ਦਾ ਬਚਪਨ ਦਾ ਜਿਹੜਾ ਨਾਮ ਹੈ ਦੀਪਾ ਹੈ, ਲੋਕ ਦੀਪਾ ਕਹਿ ਕੇ ਬੁਲਾਉਂਦੇ ਨੇ। ਹੁਣ ਪਰਿਵਾਰ ਪਹੁੰਚਿਆ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਵਿੱਚ, ਸੇਵਾ ਕੀਤੀ ਕਈ ਦਿਨ ਤੱਕ। ਜਦੋਂ ਵਾਪਸ ਮੁੜਨ ਲੱਗਾ ਪਰਿਵਾਰ, ਹੁਣ ਕਲਗੀਧਰ ਪਾਤਸ਼ਾਹ ਜੀ ਤੋਂ ਵਾਪਸ ਮੁੜਨ ਦੀ ਇਜਾਜ਼ਤ ਮੰਗੀ, ਪਰ ਭਾਈ ਦੀਪਾ ਕਹਿੰਦਾ ਹੈ ਆਪਣੇ ਪਰਿਵਾਰ ਨੂੰ ਵੀ ਮੇਰਾ ਦਿਲ ਕਰਦਾ ਵੀ ਮੈਂ ਕੁਝ ਦਿਨ ਹੋਰ ਇੱਥੇ ਰਹਾਂ, ਗੁਰੂ ਦੀ ਸੇਵਾ ਕਰਾਂ, ਗੁਰੂ ਸਾਹਿਬ ਜੀ ਦਾ ਪਿਆਰ ਮਾਣਾ। ਜੇ ਮੈਨੂੰ ਲੈ ਕੇ ਆਇਓ ਕੁਝ ਦਿਨ ਮੈਨੂੰ ਹੋਰ ਇੱਥੇ ਆਨੰਦਪੁਰ ਸਾਹਿਬ ਛੱਡ ਦਿਓ। ਪਰਿਵਾਰ ਨੂੰ ਬੇਨਤੀ ਕੀਤੀ ਵੀ ਮੇਰਾ ਦਿਲ ਨਹੀਂ ਕਰਦਾ ਘਰ ਜਾਣ ਨੂੰ, ਕਿਉਂਕਿ ਮਨ ਲੱਗ ਗਿਆ ਗੁਰੂ ਦੇ ਚਰਨਾਂ ਵਿੱਚ। ਮਨ ਲੱਗਦਾ ਵੀ ਕਿਉਂ ਨਾ, ਜਦੋਂ ਕਲਗੀਧਰ ਪਾਤਸ਼ਾਹ ਜੀ ਵਰਗਾ ਬਾਪੂ ਪਿਆਰ ਕਰਨ ਵਾਲਾ ਹੋਵੇ ਤੇ ਪੁੱਤਰ ਦਾ ਮਨ ਕਿਉਂ ਨਾ ਲੱਗੇ। ਕਲਗੀਧਰ ਪਾਤਸ਼ਾਹ ਜੋ ਪਿਆਰ ਦੀ ਮੂਰਤ ਸਨ, ਕਹਿੰਦੇ ਮੇਰਾ ਦਿਲ ਕਰਦਾ ਵੀ ਮੈਂ ਕੁਝ ਦਿਨ ਹੋਰ ਰਵਾਂ। ਤੇ ਪਰਿਵਾਰ ਨੇ ਭਾਈ ਦੀਪੇ ਦੀ ਗੱਲ ਨੂੰ ਮੰਨ ਲਿਆ। ਉੱਥੇ ਛੱਡ ਕੇ ਪਰਿਵਾਰ ਵਾਪਸ ਪੋਵਿੰਡ ਆਪਣੇ ਪਿੰਡ ਆ ਗਿਆ। ਹੁਣ ਕਲਗੀਧਰ ਪਾਤਸ਼ਾਹ ਜੀ ਦੀ ਨਿਗਰਾਨੀ ਹੇਠ ਭਾਈ ਦੀਪੇ ਨੂੰ ਸ਼ਾਸਤਰ ਤੇ ਸ਼ਸਤਰ ਦੋਨੋਂ ਵਿਦਿਆ ਮੁਹੱਈਆ ਕਰਵਾਈਆਂ ਗਈਆਂ। ਹੁਣ ਇੱਥੇ ਰਹਿੰਦੇ ਨੇ ਭਾਈ ਮਨੀ ਸਿੰਘ ਜੀ, ਜੋ ਉੱਚ ਕੋਟੀ ਦੇ ਵਿਦਵਾਨ ਨੇ। ਹੁਣ ਭਾਈ ਦੀਪੇ ਨੂੰ ਅਰਬੀ, ਫਾਰਸੀ, ਪੰਜਾਬੀ, ਸੰਸਕ੍ਰਿਤ ਚੰਗੀ ਤਰ੍ਹਾਂ ਪੜ੍ਹਾਈ ਗਈ। ਕਹਿਣ ਤੋਂ ਭਾਵ ਉਹਨਾਂ ਨੇ ਵਿਦਵਤਾ ਹਾਸਲ ਕਰ ਲਈ ਸ਼ਾਸਤਰਾਂ ਵਿੱਚ ਤੇ ਸ਼ਸਤਰ ਵਿਦਿਆ, ਘੋੜਸਵਾਰੀ, ਤਲਵਾਰਬਾਜ਼ੀ, ਤੀਰ ਅੰਦਾਜ਼ੀ। ਕਹਿਣ ਤੋਂ ਭਾਵ ਸ਼ਾਸਤਰ ਤੇ ਸ਼ਸਤਰ ਦੋਨੋਂ ਵਿੱਚ ਵਿਦਵਤਾ ਕਲਗੀਧਰ ਪਾਤਸ਼ਾਹ ਜੀ ਦੀ ਨਿਗਰਾਨੀ ਹੇਠ ਭਾਈ ਦੀਪੇ ਨੇ ਪ੍ਰਾਪਤ ਕੀਤੀ। ਹੁਣ ਉੱਚ ਕੋਟੀ ਦੇ ਵਿਦਵਾਨ ਬਣ ਗਏ, ਉੱਚ ਕੋਟੀ ਦੇ ਯੋਧੇ ਨੇ। ਹੁਣ ਪਰਿਵਾਰ ਮੁੜ ਆਉਂਦਾ 1703 ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ। ਹੁਣ ਇਹਦੇ ਤੋਂ ਪਹਿਲਾਂ ਇੱਕ ਘਟਨਾ ਵਾਪਰਦੀ ਹੈ ਵੀ ਕਲਗੀਧਰ ਪਾਤਸ਼ਾਹ 1699 ਦੀ ਵਿਸਾਖੀ ਨੂੰ ਜਦੋਂ ਅੰਮ੍ਰਿਤਪਾਨ ਕਰਾਉਂਦੇ ਨੇ, ਖਾਲਸਾ ਪੰਥ ਸਾਜਦੇ ਨੇ, ਉਦੋਂ ਜਿਨ੍ਹਾਂ ਮੁੱਢਲੇ ਗੁਰਸਿੱਖਾਂ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਅੰਮ੍ਰਿਤ ਛਕਾਇਆ ਸੀ, ਉਹਨਾਂ ਮੁੱਢਲੇ ਸਿੱਖਾਂ ਵਿੱਚ ਇੱਕ ਭਾਈ ਦੀਪਾ ਵੀ ਸੀ। ਜਦੋਂ 1699 ਵਿੱਚ ਖਾਲਸਾ ਪੰਥ ਸਾਜਿਆ, ਅੰਮ੍ਰਿਤ ਤਿਆਰ ਕੀਤਾ ਗਿਆ, ਸਿੱਖਾਂ ਨੂੰ ਅੰਮ੍ਰਿਤ ਛਕਾਇਆ ਕਲਗੀਧਰ ਪਾਤਸ਼ਾਹ ਜੀ। ਜਿਹੜੇ ਮੁੱਢਲੇ ਸਿੱਖ ਸਨ, ਜਿਨ੍ਹਾਂ ਨੂੰ ਆਪਣੇ ਹੱਥੀਂ ਕਲਗੀਧਰ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ੀ, ਅੰਮ੍ਰਿਤ ਦੇ ਕੇ ਨਵਾਜਿਆ, ਉਹਨਾਂ ਵਿੱਚ ਭਾਈ ਦੀਪਾ ਸੀ, ਜੋ ਕਿ ਅੰਮ੍ਰਿਤ ਛਕ ਕੇ ਭਾਈ ਦੀਪੇ ਤੋਂ ਭਾਈ ਦੀਪ ਸਿੰਘ ਬਣ ਗਿਆ। ਹੁਣ ਪਰਿਵਾਰ 1703 ਵਿੱਚ ਜਦੋਂ ਆਉਂਦਾ ਹੈ, ਹੁਣ ਆ ਕੇ ਕਲਗੀਧਰ ਪਾਤਸ਼ਾਹ ਚਰਨਾਂ ਵਿੱਚ ਇਹ ਅਰਜ਼ ਗੁਜ਼ਾਰੀ ਵੀ ਅਸੀਂ ਭਾਈ ਦੀਪੇ ਨੂੰ ਪਿੰਡ ਵਾਪਸ ਲੈ ਕੇ ਜਾਣਾ ਚਾਹੁੰਦੇ ਹਾਂ, ਕੋਈ ਵਿਆਹ ਸ਼ਾਦੀ ਕਰੀਏ। ਪਰ ਕਲਗੀਧਰ ਪਾਤਸ਼ਾਹ ਜੀ ਆਖਦੇ ਨੇ ਹੁਣ ਭਾਈ ਦੀਪਾ ਨਹੀਂ, ਭਾਈ ਦੀਪ ਸਿੰਘ ਬਣ ਗਿਆ। ਜਦੋਂ ਆਵਾਜ਼ ਮਾਰੀ, ਭਾਈ ਦੀਪੇ ਨੂੰ ਛੱਡ ਕੇ ਆਏ ਸਨ। ਅੱਜ ਕੀ ਵੇਖਦੇ ਨੇ, ਇੱਕ ਸਾਬਤ ਸੂਰਤ ਨੌਜਵਾਨ, ਨੀਲਾ ਕਲੀਆਂ ਵਾਲਾ ਚੋਲਾ ਪਾਇਆ, ਸਿਰ ਤੇ ਦੁਮਾਲਾ ਸਜਾਇਆ, ਸ਼ਸਤਰ ਬਸਤਰ ਪਹਿਨੇ ਨੇ। ਇੱਕ ਯੋਧਾ ਸੂਰਵੀਰ ਰੂਪ ਵਿੱਚ ਆਪਣੇ ਪੁੱਤਰ ਨੂੰ ਵੇਖ ਕੇ ਮਾਤਾ ਪਿਤਾ ਦਾ ਜਿਹੜਾ ਮਨ ਖਿੜ ਉੱਠਿਆ।
ਹੁਣ ਬਾਬਾ ਦੀਪ ਸਿੰਘ ਜੀ ਵਾਪਸ ਨਹੀਂ ਜਾਣਾ ਚਾਹੁੰਦੇ ਸਨ, ਪਰ ਕਲਗੀਧਰ ਪਾਤਸ਼ਾਹ ਜੀ ਨੇ ਹੁਕਮ ਕਰ ਦਿੱਤਾ ਵੀ ਤੁਸੀਂ ਜਾਓ, ਆਪਣੇ ਇਲਾਕੇ ਵਿੱਚ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰਨਾ ਹੈ। ਹੁਣ ਆਪਣੇ ਪਰਿਵਾਰ ਦੇ ਨਾਲ ਬਾਬਾ ਦੀਪ ਸਿੰਘ ਜੀ 1703 ਵਿੱਚ ਪੋਵਿੰਡ ਆਪਣੇ ਪਿੰਡ ਆ ਜਾਂਦੇ ਨੇ। ਉਧਰ ਕਿਲ੍ਹਾ ਆਨੰਦਗੜ੍ਹ ਨੂੰ 1704 ਵਿੱਚ ਘੇਰਾ ਪੈਂਦਾ ਹੈ। ਸਤਿਗੁਰੂ ਜੀ ਅੱਧੀ ਰਾਤ ਵੇਲੇ ਕਿਲ੍ਹਾ ਛੱਡਦੇ ਨੇ। ਸਰਸਾ ਨਦੀ ਤੇ ਵਿਛੋੜਾ ਪੈਂਦਾ ਹੈ। ਸਤਿਗੁਰੂ ਜੀ ਦਾ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਚਮਕੌਰ ਦੀ ਗੜ੍ਹੀ ਵਿੱਚ ਜਾਣਾ, ਛੋਟੇ ਸਾਹਿਬਜ਼ਾਦਿਆਂ ਦਾ ਚੰਦੂ ਦੇ ਨਾਲ ਪਿੰਡ ਸਿਹੜੀ ਪਹੁੰਚਣਾ। ਹੁਣ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਪਰ ਬਾਬਾ ਦੀਪ ਸਿੰਘ ਜੀ ਨੂੰ ਨਹੀਂ ਪਤਾ, ਕਿਉਂਕਿ ਅਜੋਕੇ ਸਾਧਨ ਨਹੀਂ ਸਨ। ਉਦੋਂ ਚਿੱਠੀ ਪੱਤਰ ਰਾਹੀਂ ਸੁਨੇਹੇ ਭੇਜੇ ਜਾਂਦੇ ਸਨ। ਉਹ ਆਪਣੇ ਪਿੰਡ ਬੈਠੇ ਨੇ। ਹੁਣ ਕਲਗੀਧਰ ਪਾਤਸ਼ਾਹ ਚਮਕੌਰ ਦੀ ਗੜ੍ਹੀ ਵਿੱਚੋਂ ਮਾਛੀਵਾੜੇ ਦੀ ਧਰਤੀ ਤੇ ਮਾਛੀਵਾੜੇ ਤੋਂ ਦੀਨਾ ਕਾਂਗੜ ਪਹੁੰਚ ਕੇ ਔਰੰਗਜ਼ੇਬ ਨੂੰ ਫਤਿਹ ਦੀ ਚਿੱਠੀ ਜ਼ਫਰਨਾਮਾ ਲਿਖਦੇ ਨੇ। ਤੇ ਸਤਿਗੁਰੂ ਜੀ ਹੁਣ ਦੀਨੇ ਕਾਂਗੜ ਤੋਂ ਪਹੁੰਚਦੇ ਨੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ। ਦਮਦਮਾ ਸਾਹਿਬ ਤਾਂ ਇਸ ਸਥਾਨ ਦਾ ਨਾਮ ਪਿਆ ਤੇ ਸਤਿਗੁਰੂ ਜੀ ਨੇ ਦਮ ਲਿਆ। ਕਹਿਣ ਤੋਂ ਭਾਵ ਆਪਣਾ ਜੰਗੀ ਕਮਰ ਕਸਾ ਉੱਥੇ ਖੋਲਿਆ ਸੀ। ਹੁਣ ਤੇ ਅਮਨ ਚੈਨ ਦਾ ਸਮਾਂ ਮਿਲਿਆ ਕਲਗੀਧਰ ਪਾਤਸ਼ਾਹ ਜੀ ਨੂੰ। ਹੁਣ ਮਨ ਵਿੱਚ ਆਇਆ ਵੀ ਬਾਣੀ ਨੂੰ ਇਕੱਤਰ ਕੀਤਾ ਜਾਏ, ਬਾਣੀ ਰਚੀ ਜਾਏ। ਹੁਣ ਉਸ ਵਕਤ ਜਿਹੜੀਆਂ ਪੋਥੀਆਂ ਸਨ ਉਹ ਧੀਰ ਮਲੀਆਂ ਕੋਲ ਸਨ ਗੁਰਬਾਣੀ ਦੀਆਂ। ਸਤਿਗੁਰੂ ਜੀ ਨੇ ਸੁਨੇਹਾ ਭੇਜਿਆ ਵੀ ਅਸੀਂ ਆਦਿ ਗ੍ਰੰਥ ਦੀ ਰਚਨਾ ਕਰਨੀ ਹੈ, ਸਾਨੂੰ ਬਾਣੀ ਦੀਆਂ ਪੋਥੀਆਂ ਚਾਹੀਦੀਆਂ ਨੇ। ਪਰ ਧੀਰ ਮਲੀਆਂ ਦੇ ਮਨ ਵਿੱਚ ਖੋਟ ਸੀ, ਇਨਕਾਰ ਕਰ ਦਿੱਤਾ। ਕਹਿੰਦੇ ਬਾਕੀ ਗੁਰੂ ਸਾਹਿਬਾਂ ਨੇ ਬਾਣੀ ਆਪਣੇ ਮੁਖ ਤੋਂ ਉਚਾਰਨ ਕੀਤੀ ਹੈ। ਜੇ ਕਲਗੀਧਰ ਪਾਤਸ਼ਾਹ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਨੇ ਵੀ ਇਹਨਾਂ ਵਿੱਚ ਵੀ ਗੁਰੂ ਨਾਨਕ ਦੀ ਜੋਤ ਹੈ, ਇਹ ਵੀ ਆਪਣੇ ਮੁਖ ਤੋਂ ਬਾਣੀ ਉਚਾਰਨ ਕਰ ਲੈਣ। ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕੇਵਲ ਸੂਰਵੀਰ ਯੋਧਾ ਹੀ ਸਮਝਦੇ ਸਨ। ਹੁਣ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਜ਼ਿੰਮੇਵਾਰੀ ਸੌਂਪੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਲਿਖਣ ਦੀ। ਤੇ ਸਹਾਇਕ ਲਿਖਾਰੀ ਵਜੋਂ ਉਚੇਚੇ ਤੌਰ ਤੇ ਇੱਕ ਗੁਰਸਿੱਖ ਨੂੰ ਭੇਜਿਆ ਪੋਵਿੰਡ ਬਾਬਾ ਦੀਪ ਸਿੰਘ ਜੀ ਦੇ ਪਿੰਡ। ਇਹ ਬਾਬਾ ਦੀਪ ਸਿੰਘ ਜੀ ਨੂੰ ਸੁਨੇਹਾ ਦਿਓ ਵੀ ਤੁਹਾਡੀ ਸੇਵਾ ਦੀ ਲੋੜ ਹੈ, ਆਨੰਦਪੁਰ ਸਾਹਿਬ ਆਉਣਾ ਕਰੋ। ਜੈਸੇ ਗੁਰਸਿੱਖ ਪਹੁੰਚਿਆ, ਬਾਬਾ ਦੀਪ ਸਿੰਘ ਜੀ ਅੱਜ ਵੀ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਗੁਰਸਿੱਖ ਨੇ ਜਾ ਕੇ ਫਤਿਹ ਬੁਲਾਈ, ਸੁਨੇਹਾ ਦਿੱਤਾ ਵੀ ਤੁਹਾਨੂੰ ਆਨੰਦਪੁਰ ਸਾਹਿਬ ਬੁਲਾਇਆ ਹੈ, ਤੁਹਾਡੀ ਸੇਵਾ ਦੀ ਲੋੜ ਹੈ। ਉੱਠ ਖੜੋ ਕੇ ਫਤਿਹ ਬੁਲਾਈ, ਕਿਉਂਕਿ ਗੁਰਸਿੱਖ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਕਰਕੇ ਆਇਆ ਸੀ। ਉਹਦੇ ਵਿੱਚੋਂ ਆਪਣੇ ਗੁਰੂ ਨੂੰ ਵੇਖਿਆ ਤੇ ਉਹਦੇ ਨਾਲ ਹੀ ਤੁਰ ਕੇ ਹੁਣ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਪਹੁੰਚੇ। ਕਿਉਂਕਿ ਕਲਗੀਧਰ ਪਾਤਸ਼ਾਹ ਜੀ ਦਮਦਮਾ ਸਾਹਿਬ ਠਹਿਰੇ ਨੇ। ਇੱਥੋਂ ਸੁਨੇਹਾ ਭੇਜਿਆ ਤੇ ਬਾਬਾ ਦੀਪ ਸਿੰਘ ਜੀ ਉਸ ਗੁਰਸਿੱਖ ਦੇ ਨਾਲ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚੇ ਤੇ ਸਤਿਗੁਰੂ ਜੀ ਨੇ ਤੰਬੂ ਲਾਇਆ। ਹੁਣ ਸਤਿਗੁਰੂ ਜੀ ਬਾਣੀ ਉਚਾਰਦੇ ਨੇ, ਭਾਈ ਮਨੀ ਸਿੰਘ ਜੀ ਲਿਖਣ ਦੀ ਸੇਵਾ ਕਰਦੇ ਨੇ ਤੇ ਬਾਬਾ ਦੀਪ ਸਿੰਘ ਜੀ ਦੀ ਸੇਵਾ ਲਾਈ ਹੈ ਵੀ ਤੁਸੀਂ ਕਲਮਾਂ ਘੜਨੀਆਂ ਨੇ ਤੇ ਸ਼ਾਹੀ ਤਿਆਰ ਕਰਕੇ ਦੇਣੀ ਹੈ। ਹੁਣ ਅਨੁਮਾਨ 9 ਮਹੀਨੇ 9 ਦਿਨਾਂ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਸੰਪੂਰਨ ਕੀਤੀ। ਜਿਹੜੀ ਪਹਿਲਾਂ ਆਦਿ ਬੀੜ ਸੀ ਉਹਦੇ ਵਿੱਚ 974 ਅੰਗ ਸਨ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਵਾਈ ਸੀ। ਹੁਣ ਜਿਹੜੀ ਬੀੜ ਜਿਹਨੂੰ ਗੁਰੂ ਹੋਣ ਦਾ ਮਾਣ ਪ੍ਰਾਪਤ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਬੀੜ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਲਿਖਵਾਈ। ਇਹਦੇ ਵਿੱਚ 1430 ਅੰਗ ਨੇ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਦੇ ਵਿੱਚ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਵੀ ਅੰਕਿਤ ਕੀਤਾ ਤੇ ਬੀੜ ਨੂੰ ਸੰਪੂਰਨ ਕੀਤਾ। ਹੁਣ ਬੀੜ ਦਾ ਜਦੋਂ ਕਾਰਜ ਸੰਪੂਰਨ ਹੋ ਗਿਆ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਸੰਪੂਰਨ ਹੋ ਗਈ। ਹੁਣ ਕਲਗੀਧਰ ਪਾਤਸ਼ਾਹ ਜੀ ਨੇ ਮਨ ਬਣਾਇਆ ਦੱਖਣ ਵਾਲੇ ਪਾਸੇ ਜਾਣ ਦਾ, ਹਜੂਰ ਸਾਹਿਬ।
ਹੁਣ ਜਦੋਂ ਕਲਗੀਧਰ ਪਾਤਸ਼ਾਹ ਜੀ ਤੁਰਨੇ, ਹੁਣ ਗੁਰਸਿੱਖ ਸਤਿਗੁਰੂ ਸਾਹਮਣੇ ਝੋਲੀਆਂ ਅੱਡ ਕੇ ਖੜੇ ਹੋ ਗਏ। ਕਿਸ ਨੇ ਕੁਝ ਮੰਗਿਆ, ਕਿਸ ਨੇ ਕੁਝ ਮੰਗਿਆ। ਤੇ ਭਾਈ ਮਨੀ ਸਿੰਘ ਜੀ ਅੱਗੇ ਹੋਏ, ਝੋਲੀ ਅੱਡੀ, ਕਹਿੰਦੇ ਸਤਿਗੁਰੂ ਜੀ ਝੋਲੀ ਵਿੱਚ ਗੁਰਸਿੱਖੀ ਪਾਈ ਹੈ, ਕਿਰਪਾ ਕਰਿਓ ਸਿੱਖੀ ਝੋਲੀ ਵਿੱਚ ਹੀ ਰਹਿ ਜੇ, ਡੋਲਾ ਨਾ। ਤੇ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਆਖੇ, ਭਾਈ ਮਨੀ ਸਿੰਘ ਤੁਹਾਡਾ ਬੰਦ ਕੱਟਿਆ ਜਾਣਾ, ਪਰ ਸਿੱਖੀ ਵਿੱਚ ਪਰਪੱਕ ਰਹੋਗੇ, ਤੁਸੀਂ ਨਹੀਂ ਡੋਲੋਗੇ। ਸਿੱਖੀ ਤੁਹਾਡੀ ਕੇਸਾਂ ਸੁਆਸਾਂ ਦੇ ਨਾਲ ਨਿਭੇਗੀ, ਭਾਵੇਂ ਸਰੀਰ ਰਵੇ ਨਾ ਰਵੇ, ਬੰਦ ਕਿਉਂ ਨਾ ਕੱਟਿਆ ਜਾਏ। ਤੇ ਬੰਦ ਕੱਟ ਕੇ ਜ਼ਾਲਮਾਂ ਨੇ ਸ਼ਹੀਦ ਵੀ ਕੀਤਾ, ਪਰ ਸਿੱਖੀ ਕੇਸਾਂ ਸੁਆਸਾਂ ਦੇ ਨਾਲ ਨਿਭਾਈ। ਹੁਣ ਦੂਜੇ ਧੰਨ ਬਾਬਾ ਦੀਪ ਸਿੰਘ ਜੀ ਵੀ ਸਤਿਗੁਰੂ ਦੇ ਸਾਹਮਣੇ ਆ ਖਲੋਏ। ਇਹਨਾਂ ਨੇ ਵੀ ਝੋਲੀ ਅੱਡ ਕੇ ਆਖਿਆ, ਸਤਿਗੁਰੂ ਜੀ ਮੇਰੇ ਤੇ ਵੀ ਕਿਰਪਾ ਕਰੋ, ਜਿਹੜੀ ਅੰਮ੍ਰਿਤ ਦੀ ਦਾਤ ਤੁਹਾਡੇ ਤੋਂ ਲਈ ਹੈ, ਮੇਰੀ ਸਿੱਖੀ ਵੀ ਕੇਸਾਂ ਸੁਆਸਾਂ ਦੇ ਨਾਲ ਨਿਭ ਜੇ। ਤੇ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ, ਭਾਈ ਦੀਪ ਸਿੰਘ ਤੁਸੀਂ ਸਿੱਖੀ ਵਿੱਚ ਪਰਪੱਕ ਹੋ ਗਏ ਹੋ, ਜਿਸ ਗਲ ਤੋਂ ਤੁਸੀਂ ਇਹ ਆਵਾਜ਼ ਕੱਢੀ ਹੈ ਵੀ ਸਿੱਖੀ ਕੇਸਾਂ ਸੁਆਸਾਂ ਦੇ ਨਾਲ ਨਿਭੇ, ਇਹ ਭਾਵੇਂ ਗਲ ਤੋਂ ਸੀਸ ਵੱਢਿਆ ਜਾਏ, ਪਰ ਸਿੱਖੀ ਕੇਸਾਂ ਸੁਆਸਾਂ ਦੇ ਨਾਲ ਨਿਭੇਗੀ। ਹੁਣ ਇਸ ਤਰ੍ਹਾਂ ਕਰਕੇ ਕਲਗੀਧਰ ਪਾਤਸ਼ਾਹ ਦੱਖਣ ਵਾਲੇ ਪਾਸੇ ਤੁਰੇ ਨੇ। ਹੁਣ ਪਰਿਵਾਰ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਨੇ, ਤੇ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਕਿ ਕਲਗੀਧਰ ਪਾਤਸ਼ਾਹ ਜੀ ਨੇ ਜ਼ਿੰਮੇਵਾਰੀ ਲਾਈ ਸੀ ਵੀ ਤੁਸੀਂ ਹੁਣ ਇੱਥੇ ਰਹਿ ਕੇ ਪ੍ਰਚਾਰ ਕਰਨਾ ਹੈ। ਗੁਰੂ ਸਾਹਿਬ ਦਾ ਹੁਕਮ ਮੰਨ ਕੇ ਬਾਬਾ ਦੀਪ ਸਿੰਘ ਜੀ ਮੁੜ ਦਮਦਮਾ ਸਾਹਿਬ ਤੋਂ ਆਪਣੇ ਘਰ ਨਹੀਂ ਗਏ, ਉੱਥੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਇਹ ਦਮਦਮੀ ਟਕਸਾਲ ਦੇ ਮੁਖੀ ਵੀ ਨੇ, ਤੇ ਇਹਨਾਂ ਨੂੰ ਜਿੰਦਾ ਸ਼ਹੀਦ ਦੀ ਉਪਾਧੀ ਵੀ ਮਿਲੀ ਹੈ। ਹੁਣ ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਦੱਖਣ ਪਹੁੰਚ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਉੱਥੋਂ ਤੋਰਦੇ ਨੇ, ਸਿੱਖਾਂ ਨੂੰ ਸੁਨੇਹਾ ਘੱਲਦੇ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਮਦਦ ਕਰਨੀ ਹੈ, ਸਹਾਇਤਾ ਕਰਨੀ ਹੈ। ਹੁਣ ਇਸ ਗੱਲ ਦਾ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਵੀ ਪਤਾ ਲੱਗਦਾ ਹੈ ਵੀ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਵਾਸਤੇ ਆ ਰਿਹਾ ਹੈ, ਉਹਨਾਂ ਦੇ ਮਨ ਵਿੱਚ ਵੀ ਬੜੇ ਚਿਰ ਤੋਂ ਰੋਹ ਸੀ ਵੀ ਮੈਂ ਘਰ ਆਰਾਮ ਨਾਲ ਬੈਠਾ ਰਿਹਾ, ਮੇਰੇ ਗੁਰੂ ਦਾ ਸਮੁੱਚਾ ਪਰਿਵਾਰ ਜ਼ਾਲਮਾਂ ਨੇ ਸ਼ਹੀਦ ਕਰ ਦਿੱਤਾ। ਕਹਿੰਦੇ ਇਹ ਵੀ ਜੰਗ ਦੇ ਮੈਦਾਨ ਵਿੱਚ ਪਹੁੰਚੇ, ਜ਼ਾਲਮਾਂ ਦੇ ਐਸੇ ਆਹੂ ਲਾਏ, ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਈ। ਉਦੋਂ ਬਾਬਾ ਸਿੰਘ ਬੰਦਾ ਸਿੰਘ ਬਹਾਦਰ ਦੇ ਨਾਲ ਬਾਬਾ ਦੀਪ ਸਿੰਘ ਜੀ ਵੀ ਨਾਲ ਸਨ, ਤੇ ਇਹਨਾਂ ਨੂੰ ਜਿੰਦਾ ਸ਼ਹੀਦ ਦੀ ਉਪਾਧੀ ਉਦੋਂ ਮਿਲੀ। ਹੁਣ ਇਸ ਤਰ੍ਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈ ਲਿਆ। ਬੰਦਾ ਸਿੰਘ ਬਹਾਦਰ ਨੇ ਆਪਣਾ ਰਾਜ ਕਾਇਮ ਕੀਤਾ। ਹੁਣ ਮੀਰ ਮਨੂ, ਆਪਾਂ ਹੁਣ ਆਈਏ ਇਹਨਾਂ ਦੀ ਉਸ ਵਿਲੱਖਣ ਜੰਗ ਵੱਲ ਜੋ ਬਿਨਾਂ ਸੀਸ ਤੋਂ ਲੜੀ 1753 ਦਾ ਸਮਾਂ। ਮੀਰ ਮਨੂ ਨੇ ਬੜਾ ਅਤਿਆਚਾਰ ਕੀਤਾ, ਬੜੇ ਜ਼ੁਲਮ ਢਾਏ, ਪਰ ਉਹਦੀ ਮੌਤ ਤੋਂ ਬਾਅਦ ਹੁਣ ਮੀਰ ਮਨੂ ਦੀ ਮੌਤ ਹੁੰਦੀ ਹੈ। ਹੁਣ ਜ਼ਕਰੀਆ ਖਾਨ ਆ ਕੇ ਕਮਾਨ ਸੰਭਾਲਦਾ। ਇਹ ਵੀ ਆਪਣੇ ਆਪ ਨੂੰ ਖਾਨ ਬਹਾਦਰ ਆਖਦਾ, ਬੜਾ ਨਿਰਦਈ ਹੈ। ਇਹਨੇ ਵੀ ਸਿੱਖਾਂ ਤੇ ਬਹੁਤ ਜ਼ੁਲਮ ਢਾਏ। ਉਸ ਵਕਤ ਐਸਾ ਦੌਰ ਚੱਲਿਆ, ਅਹਿਮਦ ਸ਼ਾਹ ਅਬਦਾਲੀ ਜਿਹਨੂੰ ਦੁਰਾਨੀ ਵੀ ਆਖਦੇ ਨੇ, ਇਹਨੇ ਹਿੰਦੁਸਤਾਨ ਤੇ ਕਈ ਹਮਲੇ ਕੀਤੇ। 4 ਵੱਡੇ ਹਮਲੇ ਨੇ ਜਿਨ੍ਹਾਂ ਦਾ ਜ਼ਿਕਰ ਹੁੰਦਾ ਵੀ ਇਹ ਹਰ ਵਾਰ ਹਮਲਾ ਕਰਦਾ, ਹਿੰਦੁਸਤਾਨ ਵਿੱਚੋਂ ਧਨ ਦੌਲਤ ਲੁੱਟਦਾ, ਧੀਆਂ ਬੇਟੀਆਂ ਨੂੰ ਇੱਥੋਂ ਬੰਦੀ ਬਣਾ ਕੇ ਜਾ ਕੇ ਗਜਨੀ ਦੇ ਬਾਜ਼ਾਰ ਵਿੱਚ ਟੱਕੇ ਵਿੱਚ ਜਾ ਕੇ ਵੇਚਿਆ ਕਰਦਾ ਸੀ। ਹੁਣ ਪਾਣੀਪਤ ਦੀ ਜਿਹੜੀ ਲੜਾਈ ਹੈ, ਚੌਥੀ ਲੜਾਈ ਜੋ ਮਰਹਟਿਆਂ ਨੇ ਲੜੀ ਇਹਦੇ ਨਾਲ, ਉਹਦੇ ਵਿੱਚ ਮਰਹਟੇ ਬੁਰੀ ਤਰ੍ਹਾਂ ਹਾਰੇ। ਹੁਣ ਇਹਦਾ ਕੋਈ ਰਾਹ ਰੋਕਣ ਵਾਲਾ ਨਹੀਂ ਸੀ ਵੀ ਜਿਹੜਾ ਅਹਿਮਦ ਸ਼ਾਹ ਅਬਦਾਲੀ ਨੂੰ ਰੋਕਦਾ। ਪਰ ਹਾਂ ਸਿੱਖ ਸਨ ਵੀ ਜਦੋਂ ਵੀ ਇਹ ਲੁੱਟਦਾ ਹਿੰਦੁਸਤਾਨ ਨੂੰ ਤੇ ਸਿੱਖ ਇਹਦੇ ਤੇ ਹਮਲਾ ਕਰਦੇ, ਇਹਦੇ ਕੋਲੋਂ ਧੀਆਂ ਬੇਟੀਆਂ ਨੂੰ ਆਜ਼ਾਦ ਕਰਾਉਂਦੇ, ਇਹਦਾ ਲੁੱਟਿਆ ਹੋਇਆ ਧਨ ਸਿੱਖ ਲੁੱਟ ਲੈਂਦੇ। ਇਹ ਬੜਾ ਪਰੇਸ਼ਾਨ ਸੀ। ਜਿਹੜੇ ਆਖਦੇ ਨੇ ਸਿੱਖਾਂ ਦੇ 12 ਵੱਜ ਗਏ, ਇਹ ਗੱਲ ਉਦੋਂ ਹੀ ਹੋਂਦ ਵਿੱਚ ਆਈ
ਜਦੋਂ ਅਹਿਮਦ ਸ਼ਾਹ ਅਬਦਾਲੀ ਲੁੱਟ ਕੇ ਹਿੰਦੁਸਤਾਨ ਤੋਂ ਜਦੋਂ ਉਹ ਤੁਰਨ ਲੱਗਦਾ, ਜਦੋਂ ਰਾਤ ਦੇ 12 ਵਜਦੇ, ਉਹਦੀ ਫੌਜ ਜਦੋਂ ਅਵੇਸਲੀ ਹੁੰਦੀ, ਭਾਵ ਸੋ ਜਾਂਦੀ, ਉਦੋਂ ਸਿੱਖ ਗੁਰੀਲਾ ਯੁੱਧ ਨੀਤੀ ਦੇ ਮੁਤਾਬਕ ਰਾਤ ਨੂੰ ਹਮਲਾ ਕਰਦੇ, ਧਨ ਦੌਲਤ ਲੁੱਟ ਲੈਂਦੇ ਦਾ ਲੁੱਟਿਆ ਹੋਇਆ ਖਜ਼ਾਨਾ, ਧੀਆਂ ਬੇਟੀਆਂ ਨੂੰ ਆਜ਼ਾਦ ਕਰਾ ਦਿੰਦੇ। ਅੱਜ ਭਾਵੇਂ ਕੋਈ ਕਿੰਨੀਆਂ ਵੀ ਫੜਾ ਮਾਰੇ, ਪਰ ਜੇ ਹਿੰਦੁਸਤਾਨ ਵਿੱਚ ਜੇ ਹਿੰਦੂ ਧਰਮ ਅੱਜ ਸੁਰੱਖਿਅਤ ਹੈ, ਉਹ ਸਿੱਖਾਂ ਦੇ 12 ਵਜੇ ਕਰਕੇ ਹੀ ਹੈ। ਜੇ ਸਿੱਖਾਂ ਦੇ 12 ਨਾ ਵੱਜਦੇ, ਅੱਜ ਹਿੰਦੁਸਤਾਨ ਵਿੱਚ ਕੇਵਲ ਨਵਾਜ਼ ਹੀ ਅਦਾ ਹੋਣੀ ਸੀ। ਹੁਣ ਅਹਿਮਦ ਸ਼ਾਹ ਬੜਾ ਪਰੇਸ਼ਾਨ ਹੈ, ਅਬਦਾਲੀ ਬੜਾ ਪਰੇਸ਼ਾਨ ਹੈ। ਆਪਣੇ ਪੁੱਤਰ ਤੈਮੂਰ ਖਾਨ ਨੂੰ ਪੁੱਛਦਾ ਵੀ ਇਹ ਲੋਕ ਕੌਣ ਨੇ? ਪੂਰੇ ਹਿੰਦੁਸਤਾਨ ਵਿੱਚੋਂ ਕੋਈ ਮੇਰਾ ਰਾਹ ਰੋਕਣ ਵਾਲਾ ਨਹੀਂ, ਮੇਰੀ ਅੱਖ ਵਿੱਚ ਅੱਖ ਨਹੀਂ ਕੋਈ ਮਿਲਾ ਸਕਦਾ। ਮਰਾਠਿਆਂ ਨੂੰ ਇੱਕ ਵਾਰ ਮੈਂ ਹਰਾਇਆ, ਉਹਨਾਂ ਦੀ ਮੁੜ ਕੇ ਜ਼ੁਰਤ ਨਹੀਂ, ਪਰ ਇਹ ਕੌਣ ਨੇ ਜਿਹੜੇ ਬਾਰ-ਬਾਰ ਮੈਨੂੰ ਲੁੱਟ ਲੈਂਦੇ ਨੇ, ਬਾਰ-ਬਾਰ ਮੇਰਾ ਰਾਹ ਰੋਕਦੇ ਨੇ? ਹੁਣ ਅਬਦਾਲੀ ਦਾ ਪੁੱਤਰ ਆਖਦਾ, ਤੈਮੂਰ ਖਾਨ, ਇਹ ਸਿੱਖ ਨੇ, ਇਹਨਾਂ ਨੂੰ ਸਿੰਘ ਆਖਦੇ ਨੇ, ਭਾਵ ਸ਼ੇਰ। ਕਹਿੰਦਾ ਇਹਨਾਂ ਦਾ ਕੁਝ ਇਲਾਜ ਕਰੋ। ਅਬਦਾਲੀ ਆਖਦੇ ਇਹਨਾਂ ਦਾ ਇਲਾਜ ਕੀਤਾ ਜਾਏ। ਤੈਮੂਰ ਖਾਨ ਕਹਿੰਦਾ, ਕੋਲ ਖਾਨ ਬਹਾਦਰ ਜ਼ਕਰੀਆ ਖਾਨ ਵੀ ਬੈਠਾ ਹੈ, ਕਹਿੰਦਾ ਇਹਨਾਂ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ, ਇਹਨਾਂ ਨੂੰ ਹਰਾਇਆ ਨਹੀਂ ਜਾ ਸਕਦਾ, ਇਹ ਬਹੁਤ ਤਾਕਤਵਰ ਨੇ। ਕਹਿੰਦਾ ਇਹਨਾਂ ਕੋਲ ਤਾਕਤ ਕਿੱਥੋਂ ਆਉਂਦੀ ਹੈ? ਹੁਣ ਉੱਥੇ ਫਿਰ ਕਵੀ ਨੇ ਵਚਨ ਲਿਖੇ ਨੇ, ਮੁਰਸ਼ਦ ਇਨਕੋ ਵਲੀ ਭਿਓ ਹੈ, ਇਨਕੋ ਆਬੇ ਹਿਆਤ ਦਿਓ ਹੈ, ऐसी गियो कलाम बताए है, जिसे पढ़सुदा ये ले है, मुए पिलाए लोगन के ताई, सियारग ते सिंह बनाई। कहने इन्हां दा जिहड़ा मुरशद है, वली, ਉਹ ਇਹਨਾਂ ਨੂੰ ਆਬੇ ਹਿਆਤ ਦੇ ਕੇ ਗਿਆ ਹੈ ਵੀ 5 ਸਿੰਘ ਇਕੱਠੇ ਹੁੰਦੇ ਨੇ, ਅੰਮ੍ਰਿਤ ਤਿਆਰ ਕਰਦੇ ਨੇ, ਇਹ ਅੰਮ੍ਰਿਤ ਛਕਦੇ ਨੇ ਤੇ ਗਿੱਦੜ ਤੋਂ ਸ਼ੇਰ ਬਣ ਜਾਂਦੇ ਨੇ। ਸਿਆਰਗ ਤੇ ਸਿੰਘ ਲੇਤ ਬਣਾਈ। ਅੱਜ ਜਿਹੜਾ ਮਰਜੀ ਕੋਈ ਗੱਲਾਂ ਆਖੇ, ਪਰ ਤੈਮੂਰ ਖਾਨ ਹਿੰਦੁਸਤਾਨੀਆਂ ਨੂੰ ਗਿੱਦੜ ਆਖਦਾ। ਸਿਆਰਗ ਤੋਂ ਭਾਵ ਵੀ ਇਹ ਗਿੱਦੜ ਨੇ। ਇਹ ਗਿੱਦੜਾਂ ਤੋਂ ਸ਼ੇਰ ਉਦੋਂ ਬਣਦੇ ਨੇ ਜਦੋਂ ਅੰਮ੍ਰਿਤ ਛਕਦੇ ਨੇ। ਮੁਰਸ਼ਦ ਇਨਕੋ ਵਲੀ ਭਿਓ ਹੈ, ਇਨਕੋ ਆਬੇ ਹਿਆਤ ਦਿਓ ਹੈ, ਵੀ ਇਹਨਾਂ ਨੂੰ ਅੰਮ੍ਰਿਤ ਦੇ ਗਿਆ, ਅੰਮ੍ਰਿਤ ਦੀ ਦਾਤ। ਇਹ 5 ਸਿੰਘ ਇਕੱਠੇ ਹੁੰਦੇ ਨੇ, ਅੰਮ੍ਰਿਤ ਛਕਦੇ ਨੇ, ਗਿੱਦੜੋਂ ਸ਼ੇਰ ਬਣ ਕੇ ਲੜਦੇ ਨੇ, ਇਹਨਾਂ ਨੂੰ ਹਰਾਇਆ ਨਹੀਂ ਜਾ ਸਕਦਾ। ਕਹਿੰਦਾ ਦੂਜੀ ਜਿਹੜੀ ਤਾਕਤ ਹੈ, ਇਹ ਸਿੰਘ ਭਾਵੇਂ ਕੱਟਿਆ ਵੱਢਿਆ, ਜਦੋਂ ਜਾ ਕੇ ਹਰਮੰਦਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰਦਾ, ਮੁੜ ਆਖ ਦਿਨ ਨਵਾਂ ਨਰਵਾ ਹੋ ਕੇ ਨਿਕਲਦਾ, ਫਿਰ ਸਾਡੇ ਨਾਲ ਜੰਗ ਲੜਦਾ ਹੈ। ਵੀ ਇਹਨਾਂ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ, ਇਹਨਾਂ ਨੂੰ ਹਰਾਇਆ ਨਹੀਂ ਜਾ ਸਕਦਾ। ਹੁਣ ਅਹਿਮਦ ਸ਼ਾਹ ਅਬਦਾਲੀ ਆਖਦਾ ਹੈ ਵੀ ਇਹਨਾਂ ਦਾ ਇਲਾਜ ਕਰਨਾ ਪਏਗਾ। ਇੰਨੀ ਗੱਲ ਸੁਣ ਕੇ ਅਬਦਾਲੀ ਨੇ ਇਹ ਬੋਲ ਆਪਣੇ ਮੂੰਹੋਂ ਆਖੇ ਸਨ, ਜਿਸ ਤਰ੍ਹਾਂ ਵੀ ਤੁਸੀਂ ਮੈਨੂੰ ਦੱਸਿਆ ਵੀ ਇੱਕ ਦਿਨ ਆਵੇਗਾ, ਇਹ ਰਾਜ ਕਰਨਗੇ, ਹਿੰਦੁਸਤਾਨ ਤੇ ਰਾਜ ਕਰਨਾ, ਤੇ ਰਾਜ ਕੀਤਾ ਵੀ ਹੈ। ਹੁਣ ਉਹਨੇ ਹੁਕਮ ਜਾਰੀ ਕਰ ਦਿੱਤਾ ਵੀ ਕਿਤੇ ਵੀ 5 ਸਿੰਘ ਇਕੱਠੇ ਨਾ ਹੋਣ, ਇਹਨਾਂ ਨੂੰ ਇਕੱਠੇ ਨਾ ਹੋਣ ਦਿਓ। ਵੀ 5 ਸਿੰਘ ਇਕੱਠੇ ਨਾ ਹੋਣਗੇ, ਨਾ ਅੰਮ੍ਰਿਤ ਤਿਆਰ ਹੋਵੇਗਾ ਤੇ ਨਾ ਅੰਮ੍ਰਿਤ ਛਕਣਗੇ, ਨਾ ਇਹਨਾਂ ਕੋਲ ਤਾਕਤ ਆਵੇਗੀ। ਦੂਜਾ ਕਹਿੰਦਾ ਹਰਮੰਦਰ ਸਾਹਿਬ ਨੂੰ ਢਾਹ ਢੇਰੀ ਕਰ ਦਿਓ, ਸਰੋਵਰ ਨੂੰ ਪੂਰ ਦਿਓ ਜਿੱਥੇ ਇਸ਼ਨਾਨ ਨਾ ਕਰ ਸਕਣ। ਹੁਣ ਤੈਮੂਰ ਖਾਨ ਆਪਣੇ ਪੁੱਤਰ ਨੂੰ ਕਹਿ ਕੇ ਇਹ ਹੁਕਮ ਜਾਰੀ ਕਰਕੇ ਅਹਿਮਦ ਸ਼ਾਹ ਦੁਰਾਨੀ ਅਫਗਾਨ ਮੁੜ ਜਾਂਦਾ ਹੈ, ਅਫਗਾਨਿਸਤਾਨ। ਹੋਰ ਹਰਮੰਦਰ ਸਾਹਿਬ ਨੂੰ ਢਾਹ ਦਿੱਤਾ ਜਾਂਦਾ ਹੈ, ਸਰੋਵਰ ਨੂੰ ਪੂਰ ਦਿੱਤਾ ਜਾਂਦਾ ਹੈ। ਹੁਣ ਇਸ ਗੱਲ ਦੀ ਖਬਰ ਪਹੁੰਚਦੀ ਹੈ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਉਮਰ ਕਿੰਨੀ ਹੈ? 75 ਸਾਲ। ਠਹਿਰੇ ਕਿੱਥੇ ਨੇ? ਦਮਦਮਾ ਸਾਹਿਬ ਦੀ ਧਰਤੀ ਤੇ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਜਦੋਂ ਪਤਾ ਲੱਗਦਾ ਹੈ ਕਿ ਪਵਿੱਤਰ ਹਰਮੰਦਰ ਸਾਹਿਬ ਦੀ ਬੇਅਦਬੀ ਹੋਈ ਹੈ, ਪਵਿੱਤਰ ਸਰੋਵਰ ਨੂੰ ਪੂਰ ਦਿੱਤਾ ਹੈ, ਹੁਣ ਕਹਿੰਦੇ ਉੱਥੇ ਅਰਦਾਸ ਕਰ ਦਿੱਤੀ। ਉਦੋਂ ਕੇਵਲ 8 ਸਿੰਘ ਸਨ ਬਾਬਾ ਜੀ ਦੇ ਨਾਲ। ਜਦੋਂ ਦਮਦਮਾ ਸਾਹਿਬ ਦੀ ਧਰਤੀ ਤੋਂ ਚਾਲੇ ਪਾਏ, ਅਰਦਾਸ ਕੀਤੀ ਸੀ ਵੀ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾ ਕੇ ਰਵਾਂਗੇ। ਇਹ ਪਰਨ ਕਰਕੇ ਤੁਰੇ। ਹੁਣ ਪਿੰਡ ਪਿੰਡ ਤੁਰਦੇ ਰਹੇ, ਨਾਲ ਅਣਗਿਣਤ ਗੁਰੂ ਨੂੰ ਪ੍ਰੇਮ ਕਰਨ ਵਾਲੇ ਸਿੱਖ ਸੰਗਤ ਨਾਲ ਨੌਜਵਾਨ ਜੁੜਦੇ ਰਹੇ। ਹੁਣ ਕਹਿੰਦੇ ਜਦੋਂ ਤਰਨਤਾਰਨ ਸਾਹਿਬ ਦੀ ਧਰਤੀ ਤੇ ਪਹੁੰਚੇ, ਉਸ ਵਕਤ ਸਿੰਘਾਂ ਦੀ ਗਿਣਤੀ 8 ਤੋਂ 4000 ਹੋ ਗਈ।
ਹੁਣ ਅੰਮ੍ਰਿਤ ਵੇਲੇ ਜਦੋਂ ਦਿਨ ਚੜ੍ਹਿਆ, ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਲਕੀਰ ਖਿੱਚੀ, ਆਖਿਆ ਵੀ ਜਿਹਨੂੰ ਪਰਿਵਾਰ ਦਾ ਮੋਹ ਹੈ, ਜੋ ਮਰਨ ਤੋਂ ਡਰਦਾ ਹੈ, ਉਹ ਹੁਣੇ ਵਾਪਸ ਮੁੜ ਜੇ। ਜਿਹਨੇ ਸਾਡੇ ਨਾਲ ਜਾਣਾ, ਅਸੀਂ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣਾ ਜਾਂ ਫਿਰ ਸ਼ਹਾਦਤ ਦਾ ਜਾਮ ਪੀਣਾ। ਵੀ ਜਿਹਨੇ ਸ਼ਹਾਦਤ ਦਾ ਜਾਮ ਪੀਣਾ, ਉਹ ਲਾਈਨ ਕ੍ਰੋਸ ਕਰਕੇ ਇੱਧਰ ਆ ਜਾਓ। ਜਿਹਨੂੰ ਪਰਿਵਾਰ ਦਾ ਮੋਹ ਹੈ, ਜੋ ਮਰਨ ਤੋਂ ਡਰਦਾ, ਉਹ ਵਾਪਸ ਮੁੜ ਜੇ। ਹੁਣ ਜਿਹੜੇ ਗੁਰੂ ਦੇ ਪ੍ਰੇਮ ਸਦਕਾ ਸਾਰੇ ਆਏ ਸਨ, ਕਹਿੰਦੇ 4000 ਵਿੱਚੋਂ ਕਿਸੇ ਨੇ ਵੀ ਪਿੱਛੇ ਕਦਮ ਨਹੀਂ ਪੁੱਟਿਆ, ਸਾਰਿਆਂ ਨੇ ਲਾਈਨ ਪਾਰ ਕਰ ਲਈ। ਹੁਣ ਬਾਬਾ ਦੀਪ ਸਿੰਘ ਜੀ 4000 ਸਿੱਖ ਨੌਜਵਾਨਾਂ ਦੇ ਨਾਲ ਹੁਣ ਪਹੁੰਚੇ ਨੇ। ਹੁਣ ਇੱਥੇ ਹੈ ਜਹਾਨ ਖਾਨ, ਜਿਹਨੂੰ ਜਮਾਨ ਖਾਨ ਵੀ ਲਿਖਿਆ ਹੈ। ਇਹ ਫੌਜ ਦੀ ਅਗਵਾਈ ਕਰ ਰਿਹਾ ਹੈ, ਹਾਥੀ ਤੇ ਸਵਾਰ ਹੈ। ਇਹਨੇ ਤੈਮੂਰ ਖਾਨ ਨੂੰ ਵੀ ਸੁਨੇਹਾ ਭੇਜਿਆ ਲਾਹੌਰ, ਵੀ ਤੂੰ ਵੀ ਫੌਜ ਲੈ ਕੇ ਆ, ਤੂੰ ਵੀ ਫੌਜ ਲੈ ਕੇ ਆ। ਹਜੇ ਤੈਮੂਰ ਖਾਨ ਪਹੁੰਚਿਆ ਨਹੀਂ ਤੇ ਜੰਗ ਸ਼ੁਰੂ ਹੋ ਗਈ। ਹੁਣ ਜੰਗ ਚੱਲ ਰਹੀ ਹੈ, ਇਹ ਜਹਾਨ ਖਾਨ ਹਾਥੀ ਤੇ ਸਵਾਰ ਹੈ। ਹੁਣ ਕਹਿੰਦੇ ਇੱਕ ਸਿੰਘ, ਉਹਦਾ ਨਾਮ ਬਹਾਦਰ ਸਿੰਘ ਵੀ ਲਿਖਿਆ ਤੇ ਲਛਮਣ ਸਿੰਘ ਵੀ ਆਇਆ। ਉਹ ਕਹਿੰਦੇ ਉੱਚੀ ਟਿੱਬੀ ਸੀ 5 ਫੁੱਟ ਦੀ, ਉਹਦੇ ਤੇ ਘੋੜੇ ਤੇ ਸਵਾਰ ਉੱਪਰ ਖੜਾ ਇੰਤਜ਼ਾਰ ਕਰਦਾ ਰਿਹਾ। ਉਹ ਇੰਤਜ਼ਾਰ ਕਰ ਰਿਹਾ, ਜੰਗ ਚੱਲ ਰਹੀ ਹੈ। ਕਹਿੰਦੇ ਜਦੋਂ ਇਹ ਜਹਾਨ ਖਾਨ ਹਾਥੀ ਤੇ ਸਵਾਰ ਉਸ ਟਿੱਬੀ ਦੇ ਨੇੜੇ ਆਇਆ, ਭਾਈ ਲਛਮਣ ਸਿੰਘ ਨੇ ਘੋੜੇ ਦੀ ਛਾਲ ਹਾਥੀ ਤੇ ਲਵਾਈ, ਹਾਥੀ ਤੇ ਘੋੜੇ ਨੂੰ ਚੜਾ ਕੇ ਤੇ ਉਹਦਾ ਸਿਰ ਵੱਢ ਦਿੱਤਾ। ਜੈਸੇ ਉਹਦਾ ਸਿਰ ਧਰਤੀ ਤੇ ਡਿੱਗਾ, ਫੌਜ ਵਿੱਚ ਅਫਰਾ ਦਫਰੀ ਮਚ ਗਈ। ਫੌਜ ਭੱਜ ਤੁਰੀ, ਕਿਉਂਕਿ ਜਰਨੈਲ ਤੋਂ ਬਾਝੋਂ ਫੌਜਾਂ ਨਹੀਂ ਲੜ ਸਕਦੀਆਂ। ਅਫਰਾ ਦਫੜੀ ਮਚ ਗਈ। ਇੰਨੇ ਨੂੰ ਐਨ ਮੌਕੇ ਤੇ ਤੈਮੂਰ ਖਾਨ ਫੌਜ ਲੈ ਕੇ ਪਹੁੰਚਦਾ। ਉਹ ਭੱਜਦਿਆਂ ਨੂੰ ਰੋਕਦਾ ਵੀ ਮੁਕਾਬਲਾ ਕਰੋ, ਨਹੀਂ ਭੱਜਣਾ। ਹੁਣ ਦੁਬਾਰਾ ਮੁੜ ਜੰਗ ਸ਼ੁਰੂ ਹੋ ਜਾਂਦਾ ਹੈ। ਧੰਨ ਧੰਨ ਬਾਬਾ ਦੀਪ ਸਿੰਘ ਜੀ 75 ਸਾਲ ਦੀ ਉਮਰ, ਚਿੱਟਾ ਦਾੜਾ, ਚਿੱਟੇ ਘੋੜੇ ਤੇ ਸਵਾਰ ਜੰਗ ਲੜ ਰਹੇ ਨੇ। ਪਰ ਘੋੜੇ ਨੂੰ ਫੱਟ ਲੱਗਦਾ, ਘੋੜਾ ਜ਼ਖਮੀ ਹੁੰਦਾ ਹੈ। ਆਖਰ ਘੋੜਾ ਸ਼ਹਾਦਤ ਦਾ ਜਾਮ ਪੀ ਜਾਂਦਾ ਹੈ। ਹੁਣ ਪੈਦਲ ਹੀ ਆਪਾਂ ਕੇਵਲ ਇੰਨੀ ਗੱਲ ਹੀ ਜਾਣਦੇ ਆ ਵੀ ਇੱਕ ਹੱਥ ਵਿੱਚ 18 ਸੇਰ ਦਾ ਖੰਡਾ ਸੀ ਸਾਧ ਸੰਗਤ ਜੀ। ਉਹਨਾਂ ਦੇ ਦੂਜੇ ਹੱਥ ਵਿੱਚ ਇੰਨੇ ਹੀ ਵਜਨ ਦਾ ਇੱਕ ਬੁਰਜ ਵੀ ਸੀ, ਜਿਹਦੇ ਨਾਲ ਉਹਨਾਂ ਨੇ ਕਰੀਮ ਬਖਸ਼ ਦਾ ਸਿਰ ਫਿਹਾ ਸੀ। ਵੀ ਦੋਨਾਂ ਹੱਥਾਂ ਵਿੱਚ 18 ਸੇਰ ਦੇ ਸ਼ਸਤਰ ਲੈ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਹੁਣ ਪੈਦਲ ਹੀ ਜੰਗ ਵਿੱਚ ਦੁਸ਼ਮਣ ਦੇ ਆਹੂ ਲਾ ਰਹੇ ਨੇ। ਦੇਖੋ, ਸ਼ਸਤਰ ਤੇ ਸ਼ਾਸਤਰ ਵਿਦਿਆ ਵਿੱਚ ਨਿਪੁੰਨ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਜਦੋਂ ਕਲਮ ਚੁੱਕਦੇ ਨੇ 11 ਘੰਟੇ ਫਿਰ ਗੁਰਬਾਣੀ ਲਿਖਦੇ ਨੇ। ਤੇ ਅੱਜ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਦੇ ਆਹੂ ਲਾ ਰਹੇ ਨੇ ਤੇ ਅੱਗੇ ਵੱਧਦੇ ਜਾ ਰਹੇ ਨੇ। ਇਹਨਾਂ ਨੂੰ ਅਮਾਨ ਖਾਨ, ਇਹਦੇ ਕਈ ਨਾਮ ਪ੍ਰਚਲਿਤ ਨੇ, ਕਈਆਂ ਨੇ ਇਆਨ ਖਾਨ ਵੀ ਲਿਖਿਆ ਹੈ। ਇਹ ਆ ਕੇ ਇਹਨਾਂ ਨੂੰ ਲਲਕਾਰਦਾ, ਕਹਿੰਦਾ ਮੇਰੇ ਨਾਲ 2 ਹੱਥ ਕਰੋ। ਜੇ ਆਪਣੇ ਆਪ ਨੂੰ ਯੋਧਾ ਸਮਝਦੇ ਹੋ, ਮੇਰੇ ਨਾਲ 2 ਹੱਥ ਕਰੋ। ਇੱਕ ਪਾਸੇ 35-36 ਸਾਲ ਦਾ ਨੌਜਵਾਨ ਅਮਾਨ ਖਾਨ, ਇੱਕ ਪਾਸੇ ਬਜ਼ੁਰਗੀ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ 75 ਸਾਲ ਦੀ ਉਮਰ। ਪਰ ਉਮਰ ਮਾਇਨੇ ਨਹੀਂ ਰੱਖਦੀ, ਕਿਉਂਕਿ ਥਾਪੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਅੰਮ੍ਰਿਤ ਛਕਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਹੱਥਾਂ ਤੋਂ। ਹੁਣ ਦੋਨਾਂ ਵਿੱਚ ਜੰਗ ਸ਼ੁਰੂ ਹੋ ਗਈ। ਹੁਣ ਵਾਰ ਹੁੰਦੇ ਨੇ। ਅਚਾਨਕ ਦੋਨਾਂ ਹੀ ਜਰਨੈਲਾਂ ਵੱਲੋਂ ਸਾਂਝਾ ਵਾਰ ਹੁੰਦਾ ਹੈ। ਅਮਾਨ ਖਾਨ ਵੀ ਕਿੰਨਾ ਵੱਡਾ ਯੋਧਾ ਹੋਵੇਗਾ ਜਿਹਨੇ ਇੰਨੇ ਵੱਡੇ ਯੋਧੇ ਨੂੰ ਲਲਕਾਰਿਆ। ਦੋਨਾਂ ਦਾ ਇਕੱਠਾ ਵਾਰ ਹੁੰਦਾ ਹੈ। ਦੋਨਾਂ ਦੇ ਜਿਹੜੇ ਸੀਸ ਧੜ ਨਾਲੋਂ ਅਲੱਗ ਹੋ ਕੇ ਜ਼ਮੀਨ ਤੇ ਡਿੱਗਦੇ ਨੇ। ਤੇ ਪਿੱਛੇ ਸਿੰਘ ਆਖਦਾ ਹੈ, ਬਾਬਾ ਜੀ ਅਰਦਾਸ ਕਰਕੇ ਆਏ ਸੋ ਵੀ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਵਾਂਗੇ, ਬਚਨ ਤੋੜ ਚੱਲਿਓ, ਬਚਨ ਅਧੂਰਾ ਰਹਿ ਗਿਆ। ਸੂਰਬੀਰ ਬਚਨ ਕੇ ਬਲੀ, ਕਹਿੰਦੇ ਸਰੀਰ ਵਿੱਚ ਹਰਕਤ ਆਈ। ਮੁੜ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਆਪਣੇ ਖੱਬੇ ਹੱਥ ਤੇ ਆਪਣੇ ਸੀਸ ਨੂੰ ਟਿਕਾਇਆ। ਇਹੋ ਜਿਹਾ ਖੰਡਾ ਵਾਇਆ, ਇਹੋ ਜਿਹੀ ਜੰਗ ਲੜੀ ਜਿਸ ਜੰਗ ਦਾ ਸਾਨੀ ਬਾਬਾ ਦੀਪ ਸਿੰਘ ਜੀ ਨੇ ਜੋ ਜੰਗ ਲੜੀ, ਉਹਨਾਂ ਦਾ ਸਾਨੀ ਪੂਰੇ ਸੰਸਾਰ ਵਿੱਚ ਕੋਈ ਨਜ਼ਰ ਨਹੀਂ ਆਉਂਦਾ, ਦੂਰ ਦੂਰ ਤੱਕ। ਵੀ ਜਿਹਨੇ ਬਿਨਾਂ ਸੀਸ ਤੋਂ ਜੰਗ ਲੜੀ ਹੋਵੇ। ਹੁਣ ਜਦੋਂ ਬਿਨਾਂ ਸੀਸ ਤੋਂ ਜੰਗ ਲੜੀ, ਜਦੋਂ ਮੁਗਲਾਂ ਨੇ ਵੇਖਿਆ
ਤੇ ਭਗਦੜ ਮਚ ਗਈ। ਤੈਮੂਰ ਖਾਨ ਰੋਕਦਾ, ਰੁਕੋ, ਮੁਕਾਬਲਾ ਕਰੋ। ਪਰ ਕਹਿੰਦੇ ਨਹੀਂ, ਇਹਨਾਂ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਮੁਕਾਬਲਾ ਤਾਂ ਸਿਰਾਂ ਵਾਲਿਆਂ ਨਾਲ ਹੁੰਦਾ ਹੈ, ਵੀ ਜਿਨ੍ਹਾਂ ਦੇ ਸਿਰ ਹੋਣ। ਇਹ ਤਾਂ ਬਿਨਾਂ ਸੀਸ ਤੋਂ ਵੀ ਲੜਦੇ ਨੇ, ਇਹਨਾਂ ਨੇ ਤਾਂ ਮੁਰਦੇ ਵੀ ਲੜਦੇ ਨੇ। ਇਹਨਾਂ ਨੂੰ ਨਹੀਂ ਹਰਾ ਸਕਦੇ, ਇਹਨਾਂ ਨੂੰ ਨਹੀਂ ਕਾਬੂ ਕੀਤਾ ਜਾ ਸਕਦਾ। ਫੌਜ ਵਿੱਚ ਭਗਦੜ ਮਚ ਗਈ। ਤੈਮੂਰ ਖਾਨ ਬਾਰ-ਬਾਰ ਲਲਕਾਰਦਾ ਵੀ ਰੁਕੋ। ਕਹਿੰਦੇ ਨਹੀਂ, ਇਹਨਾਂ ਨਾਲ ਨਹੀਂ ਲੜਿਆ ਜਾ ਸਕਦਾ। ਦੇਖੋ ਟਾਹਲਾ ਸਾਹਿਬ ਉੱਥੇ ਉਹਨਾਂ ਦਾ ਸੀਸ ਧੜ ਨਾਲ ਅਲੱਗ ਹੁੰਦਾ ਹੈ। ਜਿਹੜੀ ਅਰਦਾਸ ਕੀਤੀ ਸੀ ਵੀ ਹਰਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਾਂਗੇ, ਆਪਣਾ ਸੀਸ ਲਿਆ ਕੇ ਪਰਕਰਮਾ ਵਿੱਚ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟ ਕੀਤਾ ਤੇ ਹਰਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ। ਉਹ ਉੱਥੇ ਅਸਥਾਨ ਬਣਿਆ ਹੋਇਆ। ਉਹ ਸਤਿ ਸ੍ਰੀ ਅਕਾਲ। ਕੇਵਲ ਉਦੋਂ ਹੀ ਰੱਖਿਆ ਨਹੀਂ ਕੀਤੀ। ਆਪਾਂ ਬਹੁਤੀ ਦੂਰ ਨਾ ਜਾਈਏ। 84 ਦਾ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ, ਜਦੋਂ 84 ਵਿੱਚ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ। ਉਸ ਵਕਤ ਉਧਰੋਂ ਟੈਂਕ ਉਹ ਲੈ ਕੇ ਜਾਣਾ ਚਾਹੁੰਦੇ ਸਨ, ਪਰ ਟੈਂਕ ਕਹਿੰਦੇ ਜਿੱਥੇ ਬਾਬਾ ਦੀਪ ਸਿੰਘ ਦਾ ਅਸਥਾਨ ਹੈ ਨਾ ਪਰਕਰਮਾ ਵਿੱਚ, ਉੱਥੇ ਟੈਂਕ ਨਕਾਰਾ ਹੋ ਗਿਆ, ਧੱਸ ਗਿਆ ਹੇਠਾਂ, ਟੈਂਕ ਅੱਗੇ ਨਹੀਂ ਤੁਰਿਆ। ਮਾਨੋ ਅੱਜ ਵੀ ਬਾਬਾ ਦੀਪ ਸਿੰਘ ਆਖਰੇ ਹੋਣ, ਹਜੇ ਵੀ ਮੈਂ ਇੱਥੇ ਖੜਾ, ਹਰਮੰਦਰ ਸਾਹਿਬ ਦੀ ਬੇਅਦਬੀ ਮੇਰੇ ਹੁੰਦਿਆਂ ਤੁਸੀਂ ਨਹੀਂ ਕਰ ਸਕਦੇ। ਉਸ ਪਾਸੋਂ ਟੈਂਕ ਅੱਗੇ ਨਹੀਂ ਗਿਆ, ਟੈਂਕ ਨਕਾਰਾ ਹੋ ਗਿਆ, ਉਸ ਪਾਸੋਂ ਹਮਲਾ ਨਹੀਂ ਹੋ ਸਕਿਆ। ਹੁਣ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਕੇਵਲ ਜੰਗ ਹੀ ਨਹੀਂ ਲੜੀ, ਆਪਣੇ ਜੀਵਨ ਦੌਰਾਨ ਇਹਨਾਂ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 4 ਉਤਾਰੇ ਕੀਤੇ, ਹੱਥ ਲਿਖਤ ਬੀੜਾਂ, ਜੋ ਚਾਰੇ ਤਖਤਾਂ ਤੇ ਭੇਜੀਆਂ। ਜਿਹੜੀ ਬੀੜ ਅਕਾਲ ਤਖਤ ਸਾਹਿਬ ਵਿਖੇ ਮੌਜੂਦ ਹੈ, ਇਹਦੇ ਬਾਬਤ ਰਵਾਇਤ ਹੈ ਵੀ 2.5 ਸੇਰ ਸੋਨੇ ਨੂੰ ਸਿਹਾਈ ਵਿੱਚ ਮਿਲਾ ਕੇ ਉਹਦੇ ਨਾਲ ਇਸ ਬੀੜ ਨੂੰ ਲਿਖਿਆ ਗਿਆ। 4 ਤਖਤਾਂ ਤੇ ਭੇਜੀ। ਇੱਕ ਬੀੜ ਅਰਬੀ ਫਾਰਸੀ ਭਾਸ਼ਾ 'ਚ ਵੀ ਲਿਖੀ ਹੈ, ਉਹਦਾ ਪਤਾ ਨਹੀਂ ਲੱਗ ਸਕਿਆ। ਇਸ ਤਰ੍ਹਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ, ਜੋ ਆਪਾਂ ਬਚਨ ਪੜ੍ਹਦੇ ਹਾਂ, ਗੁਰੂ ਨਾਨਕ ਪਾਤਸ਼ਾਹ ਜੀ ਨੇ ਪੰਕਤੀਆਂ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਐਸਾ ਵਿਲੱਖਣ ਯੁੱਧ ਲੜਿਆ, ਜੰਗ ਲੜੀ, ਜਿਹਦੇ ਬਾਬਤ ਪੜ੍ਹ ਕੇ, ਇਤਿਹਾਸ ਨੂੰ ਸੁਣ ਕੇ ਫਕਰ ਦੇ ਨਾਲ ਸਾਡਾ ਜਿਹੜਾ ਸੀਸ ਹੈ ਉੱਚਾ ਹੋ ਜਾਂਦਾ ਹੈ। ਅਸੀਂ ਉਸ ਕੌਮ ਦੇ ਵਾਰਿਸ ਹਾਂ, ਉਸ ਗੁਰੂ ਦੇ ਸਿੱਖ ਹਾਂ, ਜਿਸ ਗੁਰੂ ਦੇ ਸਿੱਖਾਂ ਨੇ ਬਿਨਾਂ ਸੀਸ ਤੋਂ ਵੀ ਜੰਗ ਨੂੰ ਫਤਿਹ ਕੀਤਾ। ਸੋ ਗੁਰੂ ਸਾਹਿਬ ਕਿਰਪਾ ਕਰਨ, ਆਪਾਂ ਇਹ ਜੋ ਅੱਜ ਦਿਨ ਮਨਾਇਆ ਹੈ, ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਵੀ ਗੁਰਸਿੱਖੀ ਜੀਵਨ ਨਾਮ ਦੀ ਦਾਤ, ਚੜ੍ਹਦੀ ਕਲਾ ਦਾਤਾਂ ਬਖਸ਼ ਕੇ ਨਵਾਜਣ। ਸੋ ਸੰਗਤਾਂ ਨੂੰ ਬੇਨਤੀ ਹੈ, ਬਾਹਰ ਲੰਗਰ ਵੀ ਚੱਲ ਰਿਹਾ ਹੈ। ਹੁਣ ਪਾਵਨ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਗੁਰਬਾਣੀ ਪੜ੍ਹ ਸੁਣ ਕੇ ਆਪਣਾ ਜੀਵਨ ਸਫਲਾ ਕਰੋ, ਤੇ ਬਾਹਰ ਨਾਲ ਜੋ ਚਾਹ ਬਿਸਕੁਟਾਂ ਦਾ ਲੰਗਰ ਚੱਲ ਰਿਹਾ ਹੈ, ਲੰਗਰ ਵੀ ਛਕਣ ਦੀ ਕਿਰਪਾਲਤਾ ਕਰੋ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।